दुख भंजनो। एक बिनो सुनो दे काने। जैस ते तुम हर जाने स्वामी। सो सतगुर मेल मेरा प्राणे। तुम दयाल सर्ब दुख भंजनो। एक बिनो सुनो दे काने। जिस ते तुम हर जाने स्वामी। सो सतगुर मेल मेरा प्राणे। राम हम सतगुर पार ब्रह्म कर माने। हम मूढ़ मुगध असुध मत होते। गुर सतगुर कै बचन हर हम जाने। जितने रस अन रस हम देखे। सब तितने फीक फीका ने। खाद का नाम अमृत रस चाखे। मिल सतगुर मीठ रस गाने। जैन को गुर सतगुर नहीं भेटिया। ते साकत मूढ़ दीवाने। तिन के कर्म हीन तुर पाए। देख दीपक मोहे पहचाने। जैन को तुम दया कर मिलो। ते हर हर सेव लगाने। जन नानक हर 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 जप प्रगट। मत गुर मत नाम सुमाने। जैन को तुम दया कर मिलो। ते हर हर सेव लगाने। जन नानक हर 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 जप प्रगट। मत गुर मत नाम सुमाने। गुरु जी
ਆਸਣ ਲੋਏ ਲੋਏ ਭਾਂਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸੋ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਐਸੇ ਨਾਥ ਦਾ ਆਸਣ ਕਿਹੜਾ, ਕਿਸ ਸਥਾਨ ਦੇ ਵਿੱਚੋਂ ਰਹਿੰਦਾ ਹੈ ਐਸਾ ਨਾਥ। ਪਾਤਸ਼ਾਹ ਫਰਮਾਉਂਦੇ ਨੇ, ਆਸਣ ਲੋਏ ਲੋਏ ਭੰਡਾਰ, ਉਸ ਦਾ ਆਸਣ ਸਭ ਲੋਕਾਂ ਵਿੱਚ ਹੈ, ਸਰਬੱਤਰ ਹੀ ਉਸ ਦਾ ਆਸਣ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਹੀ ਉਸ ਵਾਹਿਗੁਰੂ ਦਾ ਘਰ ਹੈ, ਵਿੱਚ ਬੈਠਾ ਹੈ। ਭੰਡਾਰਾ ਵੀ ਸਭ ਲੋਕਾਂ ਦੇ ਵਿੱਚ ਹੈ, ਉਸ ਦਾਤੇ ਪ੍ਰਭੂ ਦਾ। ਪਾਤਸ਼ਾਹ ਫਰਮਾਉਂਦੇ ਨੇ, 10ਵੀਂ ਪਾਤਸ਼ਾਹ ਕਲਗੀਧਰ ਮਹਾਰਾਜ ਸਤਿਗੁਰੂ ਇਹ ਬਚਨ ਕਹਿੰਦੇ ਨੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇ। ਉਹ ਐਸਾ ਮਾਲਕ, ਐਸਾ ਉਹ ਦਾਤਾ ਹੈ, ਸਭਨਾਂ ਵਿੱਚ ਬੈਠਾ ਹੈ। ਭੰਡਾਰਾ ਸਭਨਾਂ ਦੇ ਵਿੱਚ ਹੈ ਉਸ ਦਾ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਸਤਿਗੁਰੂ ਫਰਮਾਉਂਦੇ ਨੇ, ਆਪਣੇ ਕਰਮਾਂ ਦੇ ਅਨੁਸਾਰ ਇਸ ਭੰਡਾਰੇ ਵਿੱਚੋਂ, ਉਸ ਦਾਤੇ ਦੀ ਦਾਤ ਦੇ ਵਿੱਚੋਂ ਜੋ ਕੁਝ ਪਾਇਆ ਸੋ ਇੱਕ ਹੀ ਵਾਰ ਸਭਨਾਂ ਨੇ ਪਾਇਆ, ਇੱਕ ਵਾਰ ਹੀ ਸਭਨਾਂ ਨੇ ਪਾਇਆ। ਕਿਉਂਕਿ ਮਸਤਕ ਦੇ ਲੇਖ ਲਿਖਿਆ ਗਿਆ, ਪ੍ਰਾਰਬਧ ਦੇ ਅਨੁਸਾਰੋਂ ਮਿਲਦਾ ਹੈ, ਉਹ ਭੁਗਤਦੇ ਹਾਂ ਆਪਾਂ ਜਗਤ ਵਿੱਚ। ਉਸੀ ਦੇ ਵਿੱਚ ਜੀਵ ਪ੍ਰਵਾਹ ਹੁੰਦਾ ਹੈ ਮਨੁੱਖ ਦਾ, ਜੋ ਕਰਮਾਂ ਦੇ ਅਨੁਸਾਰ ਉਸ ਵਿਧਾਤਾ ਨੇ ਲਿਖ ਦਿੱਤਾ। ਕਰਮ ਗਤੀ ਬੜੀ ਬਲਵਾਨ ਹੈ, ਬਲ ਵਾਲੀ। ਜੋ ਕਿਛ ਪਾਇਆ ਸੋ ਏਕਾ ਵਾਰੂ, ਇੱਕ ਵਾਰ, ਇੱਕ ਵਾਰ ਹੀ ਸਭਨਾਂ ਨੇ ਪਾਇਆ। ਕਿ ਦੁੱਖ ਤੇ ਸੁੱਖ ਮਿਲੇਗਾ, ਭੁਗਤਣਾ ਪਵੇਗਾ। ਤੇਰੇ ਸਵੈਮ ਕੀਤੇ ਕਰਮ ਨੇ, ਨਾ ਕਿਸੇ ਦਾ ਦੋਸ਼ ਹੈ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਮਤ ਕਿਸੇ ਨੂੰ ਦੋਸ਼ ਨਹੀਂ, ਤੇਰੇ ਸਵੈਮ ਕੀਤੇ ਕਰਮਾਂ ਦਾ ਹੀ ਤੈਨੂੰ ਫਲ ਮਿਲਿਆ। ਤੇ ਸਤਿਗੁਰੂ ਫਰਮਾਉਂਦੇ ਨੇ, ਉਸ ਫਲ ਨੂੰ ਮਿੱਠਾ ਕਰਕੇ ਮਾਂ ਭੁਗਤ, ਤੇਰਾ ਫਲ ਹੈ। ਇੱਕ ਐਸੇ ਹੀ ਰਿਖੀ ਸੀ ਮਹਾਤਮਾ, ਸ਼ਮਸ਼ਾਨ ਭੂਮੀ ਵਿੱਚ ਬੈਠੇ ਨੇ, ਸਮਾਧੀ ਲੱਗੀ ਹੈ। ਚੋਰੇ ਆਏ, ਉੱਥੋਂ ਦੀ ਲੰਘੇ ਸੀ, ਕੁਝ ਸੁਖਣਾ ਸੁੱਖ ਲਈ ਕਿ ਚੋਰੀ ਪੂਰੀ ਹੋ ਜਾਵੇ, ਕੁਝ ਭੇਟਾ ਕਰਕੇ ਜਾਵੇ। ਫਕੀਰ ਨੂੰ ਕੁਝ ਨਹੀਂ ਪਤਾ। ਜਦੋਂ ਚੋਰੀ ਕਰਕੇ ਵਾਪਸ ਆਏ, ਇੱਕ ਚੈਨ ਸੋਨੇ ਦੀ ਸੰਗਲੀ ਦੀ ਝੋਲੀ ਵਿੱਚ ਸੁੱਟ ਕੇ ਚਲੇ ਗਏ। ਪਰ ਫਕੀਰ ਨੂੰ ਕੁਝ ਨਹੀਂ ਪਤਾ, ਉਸ ਦਾਤੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਬੈਠਾ ਹੈ, ਨੇਤਰ ਮੁੰਦੇ ਨੇ।
ਅਹਿਲਕਾਰ ਲੱਭਦੇ ਲਵਾਉਂਦੇ ਉੱਥੇ ਆ ਪਹੁੰਚੇ। ਕੀ ਦੇਖਿਆ ਰਾਜੇ ਦੀ ਇਹ ਸੰਗਲੀ ਚੈਨ, ਪਕੜ ਕੇ ਲੈ ਗਏ, ਜੇਲ੍ਹ ਵਿੱਚ ਬੰਦ ਕੀਤਾ ਗਿਆ, ਹੁਕਮ ਸੁਣਾਇਆ ਗਿਆ, ਸੂਲੀ ਦੀ ਸਜ਼ਾ ਹੋ ਗਈ। ਉਹ ਐਸਾ ਦੇਖੀ ਪਸ਼ੂ ਵੀ ਜਿਸਨੂੰ 100 ਜਨਮ ਦੀ ਗਿਆਤ ਸੀ, ਤੇ 100 ਜਨਮ ਦੇਖਿਆ ਕਿ ਕੋਈ ਐਸਾ ਪਾਪ ਹੀ ਨਹੀਂ ਜੋ ਮੈਨੂੰ ਇਹ ਸਜ਼ਾ ਮਿਲੇ ਸੂਲੀ ਦੀ। ਫਿਰ ਧਰਮਰਾਜ ਮਹਾਰਾਜ ਕੋਲ ਪਹੁੰਚ ਗਿਆ ਕਿ ਰਾਜਨ ਇਹ ਕਿਸ ਜਨਮ ਦੀ ਸਜ਼ਾ ਹੈ। ਬੜਾ ਸਤਿਕਾਰ ਕੀਤਾ ਧਰਮਰਾਜ ਨੇ। ਮਹਾਰਾਜ 103 ਜਨਮ ਦੀ, ਤੁਸੀਂ 100 ਜਨਮ ਦੇਖਿਆ ਕਿ ਬਾਲਕ ਅਵਸਥਾ ਵਿੱਚ ਟਿੱਡੇ ਦੀਆਂ ਅੱਖਾਂ ਵਿੰਨੀਆਂ, ਲੱਤਾਂ ਤੋੜੀਆਂ ਸਨ। ਉਸ ਜਨਮ ਦੀ ਇਹ ਸਜ਼ਾ ਹੁਣ ਤੁਹਾਨੂੰ ਮਿਲੀ, ਇਹ ਮਿੱਠੀ ਕਰਕੇ ਭੁਗਤੋ, ਕਿਉਂਕਿ ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਐਸੀ ਗਤੀ। ਧ੍ਰਿਸ਼ਟਰਾਸ਼ਟਰ ਵੀ ਰਾਜਾ ਸੀ, ਉਹ ਵੀ ਅੰਨਾ ਜਨਮਿਆ ਸੀ। 100 ਪੁੱਤਰ ਸਾਹਮਣੇ ਮਿਲਤੂ ਹੋਇਆ। ਜੋ ਭਗਵਾਨ ਤੋਂ ਪੁੱਛਿਆ ਪਰ ਭਗਵਾਨ ਨੇ ਦੱਸ ਦਿੱਤਾ। ਉਸ ਜਨਮ ਵਿੱਚ ਏਡੇ ਦੀਆਂ ਅੱਖਾਂ ਵਿੰਨੀਆਂ, ਉਸ ਜਨਮ ਵਿੱਚ ਹੰਸਾਂ ਦੇ ਬੱਚੇ ਖਾਧੇ। ਫਿਰ ਹੰਸਾਂ ਨੇ ਸ਼ਰਾਪ ਦਿੱਤਾ, ਤੂੰ ਵੱਡਾ ਰਾਜਾ ਸੀ। ਰੁਦਨ ਕੀਤਾ ਜਦੋਂ 100 ਪੁੱਤਰ ਹੰਸਾਂ ਦਾ ਖਾ ਗਿਆ। ਜਦੋਂ ਮਾਨਸਰੋਵਰ ਤੋਂ ਵਾਪਸ ਆਏ ਫਿਰ ਸ਼ਰਾਪ ਦੇ ਦਿੱਤਾ, ਤੇਰੇ ਸਾਹਮਣੇ ਤੇਰੇ ਪੁੱਤਰ ਮਿਰਤੂ ਹੋਣਗੇ। ਇਤਨਾ ਸਮਾਂ ਬਤੀਤ ਹੋਇਆ, ਪਰ ਉਸ ਦਾਤੇ ਪ੍ਰਭੂ ਦੇ ਹੱਥ ਵਿੱਚ ਦੁੱਖ ਤੇ ਸੁੱਖ ਹੈ, ਆਪਣੇ ਹੱਥ ਵਿੱਚ ਨਹੀਂ। ਕਿ ਕਦੋਂ ਉਸਨੇ ਕਿਸ ਕਰਮ ਦੀ ਸਜ਼ਾ ਕਦੋਂ ਦੇਣੀ ਹੈ, ਉਹਦੀ ਰਜਾ ਹੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਦੇ, ਆਪਾਂ ਨਹੀਂ ਜਾਣ ਸਕਦੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਜੋ ਕਿਛ ਪਾਇਆ ਸੋ ਏਕਾ ਵਾਰ। ਕਿਉਂਕਿ ਉਹ ਦਾਤਾ ਕਿਸੇ ਦਾ ਮਾੜਾ ਚਿਤਵਦਾ ਨਹੀਂ ਨਾ ਕਰਦਾ, ਨਾ ਕਿਸੇ ਨੂੰ ਦੁੱਖ ਦੇ ਕੇ ਉਹ ਰਾਜੀ। ਕਿਉਂਕਿ ਸਾਜਣ ਵਾਲਾ ਤਾਂ ਆਪ ਹੈ, ਸਭਨਾਂ ਦਾ ਮਾਤਾ ਪਿਤਾ ਹੈ। ਹਰਿ ਜੀ ਮਾਤਾ, ਹਰਿ ਜੀ ਪਿਤਾ, ਹਰਿ ਜੀਉ ਪ੍ਰਤਪਾਲਕ, ਹਰਿ ਜੀ ਮੇਰੀ ਸਾਰ ਕਰੇ, ਹਮ ਹਰਿ ਕੇ ਬਾਲਕ। ਉਸ ਹਰੀ ਦੇ ਬਾਲ ਕੇ ਇਹ ਸਵੈਂ ਆਪਣੀ ਕੀਤੇ ਕਰਮਾਂ ਦਾ ਫਲ ਹੀ ਆਪਾਂ ਨੂੰ ਮਿਲਦਾ ਹੈ। ਜੋ ਮਨੁੱਖ ਸਵੈਮ ਉਹ ਬੀਜ ਬੀਜਦਾ ਹੈ, ਪਰ ਉਸ ਦਾਤੀ ਪ੍ਰਭੂ ਦਾ ਨਿਯਮ ਤੇ ਮਰਿਆਦਾ ਹੈ। ਉਹ ਕਰਮ ਫਲ ਪ੍ਰਦਾਤਾ ਹੈ। ਕਰਮਾਂ ਦੇ ਜਰੀਏ ਦੁੱਖ ਤੇ ਸੁੱਖ ਸਭਨਾਂ ਨੂੰ ਦਿੰਦਾ, ਭਾਵੇਂ ਕੋਈ ਛੋਟਾ, ਭਾਵੇਂ ਵੱਡਾ, ਭਾਵੇਂ ਰਾਜਾ, ਭਾਵੇਂ ਕੋਈ ਗਰੀਬ ਭਿਖਾਰੀ ਮੰਗਤਾ ਹੈ। ਉਸਦਾ ਨਿਯਮ, ਉਸਦੀ ਮਰਿਆਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਘਰ ਘਰ ਵੇਖੈ ਸਿਰਜਣਹਾਰ। ਸਤਿਗੁਰੂ ਫਰਮਾਉਂਦੇ ਨੇ, ਜੈਸੇ ਨਾਥ ਉਹ ਮਹੰਤ ਹੁੰਦਾ ਹੈ, ਜੋ ਜੋਗੀਆਂ ਵਿੱਚ ਮੁੱਖ। ਸੋ ਸਭ ਭੰਡਾਰੀਆਂ ਦੀ ਸੁਧ ਰੱਖਦਾ ਹੈ ਕਿ ਕਿਸੇ ਭੰਡਾਰੀ ਵਿੱਚ ਕਮੀ ਨਾ ਕੋਈ ਰਹਿ ਜਾਵੇ। ਕਿਉਂਕਿ ਬੜੇ ਜੋਗੀ ਸਿੱਧ ਹੁੰਦੇ ਨੇ। ਸਭਨਾਂ ਦੀ ਖਬਰ ਰੱਖਣੀ, ਜਿਵੇਂ ਮਹਾਤਮਾ ਰੱਬ ਦੇ ਜਨ ਸੰਤ ਰੱਖਦੇ ਨੇ। ਘਰ ਘਰ ਵੇਖੈ ਸਿਰਜਣਹਾਰ। ਜੇ ਸਭ ਸਥਾਨ ਸਿਰਜਣਹਾਰ ਅਕਾਲ ਪੁਰਖ ਰਚ ਰਚ ਕੇ ਦੇਖਦਾ ਰਹਿੰਦਾ ਹੈ। ਜਿਵੇਂ ਭੰਡਾਰੀਆਂ ਦੀ ਸ਼ੁੱਧ ਰੱਖਦਾ ਉਹ ਨਾਥ ਮਹੰਤ, ਇਸੇ ਤਰ੍ਹਾਂ ਹੀ ਜਗਤ ਦਾ ਮਾਲਕ ਪਰਵਤਗਾਰ ਮੇਰਾ ਵਾਹਿਗੁਰੂ ਰਚ ਰਚ ਕੇ ਸਭਨਾਂ ਨੂੰ ਦੇਖਦਾ ਹੈ, ਤੱਕਦਾ ਹੈ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਅਕਾਲ ਪੁਰਖ ਹਸਤੀ ਭਾਂਤੀ ਪ੍ਰੈ ਰੂਪ ਸਭ ਦੇ ਇੰਦਰੀਆਂ ਵਿੱਚ ਬੈਠ ਕੇ ਕੌਤਕ ਦੇਖਦਾ ਹੈ, ਤੱਕਦਾ ਹੈ। ਉਹ ਇੰਦਰੀਆਂ ਨੂੰ ਦ੍ਰਿਸ਼ਟੀ ਨਹੀਂ ਆਉਂਦਾ। ਜੈਸੇ ਵੇਦ ਵਿੱਚ ਲਿਖਿਆ ਹੈ,
जिस से देखदा, जिस से सुनदा, जिस से गंध लैंदा, जिस से बचन बोलदा, जिस करके स्वाद जानदा, उही ब्रह्म है। सारी विश्व नूं देखदा, उसदे देखण हारा इंद्रियां दा द्वारा कोई नहीं है। सोई पुराण पुरख अकाल मूरत अचरज रूप मेरा वाहिगुरु है। नानक सच्चे की साची कार। पातशाह फरमाउंदे ने जगत गुरु गुरु नानक देव महाराज जी ते सच्चे पुरख दी, सच्चे परमात्मा दी सब कार सच्ची है, झूठी नहीं। वो आप सच्चा हो, उसने सच ही रचिया। सतगुरु पातशाह ये भी वचन कहते ने, सच्चे तेरे खंड सच्चे ब्रह्मांड, सच्चे तेरे लो सच्चे आकाश। सब कुछ सच सच ही रचिया, सच्चे ने क्योंकि आप सच्चा। जैसे पूर्व विच प्रारंभ किया वैसा ही परले पर्यंत निजम चलिया आउंदा। ये अज दा नहीं, कोई नवा निजम नहीं। आद तो पातशाह फरमाउंदे नहीं, पापियां नूं नरक मिलदा है, पुनियां नूं स्वर्ग मिलदा है। ये आद तो चाली चली ही आउंदी है। ये निजम, ये मर्यादा विधान परमेश्वर ने आप बंधिया है। ज्ञानियां नूं मोह हो जाती है। इतिहास आदेश तिसै आदेश, आद अनील अनाद अनाहत, जुग जुग एको वेसो। जोगी आदेश, आदेश बोली बोलते ने, आदेश नाम नमस्कार दा है। सो जो सर्ब दी आद नीलादक रंगां तो रहत मेरा वाहिगुरु। अनाद आद ते रहत, दूसरे करके मारिया नहीं जाता। एक रस चारे जुगां विच एक रूप है मेरा वाहिगुरु। देश काल वस्तु के प्रछेद ते जो रहन, तिसनूं साडी नमस्कार आदेश है। पातशाह फरमाउंदे ने, सिद्ध कहन लगे सच्चे पातशाह, उस दाते परवदगार स्वामी का दर्शन फिर किवें होवे, जो ऐसा मालिक, ऐसा सिरजणहार, ओ दातार प्रभु, उसके दर्शन किवें होवण। पातशाह फरमाउंदे ने, एक दू जी बहु लख होवे, लख होवे लख बीस, लख लख गेड़ा आखिए, एक नाम जगदीशो। एक दू जी बहु लख हो, लख होवे है लख बीस। जगत गुरु गुरु नानक देव महाराज जी ये पावन वचन कहते ने, ऐसी भावना होवे कि एक जिहवा तो लखां जिहवा हो जावा। एक जिहवा लखां जिहवा, ऐसी श्रद्धा, ऐसी भावना। रिशु राजा जिमें होया ने यही मंग मंगदा सी कि प्रभु बद तो बद तेरा नाम जप, लखां हज़ारां फिर लखां जिहवा, प्रभु विच एक रूप हो गया। ऐसी भावना होवे कि प्रभु एक जिहवा तो लखां जिहवा हो जावा। तेरी बंदगी करा, तेरी याद विच जुड़िया रखा, तेरी सिफत करा, तेरी टहल करा। फिर लखां जिहवा ते 20 लाख जिहवा हो जाए। फिर एक एक जिहवा से लख लख वार एक जगदीश परमेश्वर का नाम जपा, उच्चारण करा। कि जैसे वचन है, कोट कर न दीजै मेरे करते, हे मेरे करता पुरख मेरे वाहिगुरु, करोड़ा मैनू कन दे। तेरे जस नूं सरवण करा, ये बख्शिश कर। रात दिन तेरा नाम जपा, इस संधान ऐसी बख्शिश रहमत।
ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ। ਪਾਤਸ਼ਾਹ ਫਰਮਾਉਂਦੇ ਨੇ ਇਸ ਨਾਮ ਦੇ ਜਪਣ ਰੂਪ ਰਸਤੇ ਮਾਰਗ ਦੁਆਰਾ ਪਤੀ ਦੀਆਂ ਭੂਮਿਕਾ ਰੂਪੀ ਪੌੜੀਆਂ ਪਰ ਚੜ ਜਾਈਦਾ ਹੈ। ਇਹ ਪੌੜੀਆਂ ਹੁੰਦੀਆਂ ਤਾਂ ਜੀਵ ਦੀ ਈਸ਼ਵਰ ਦੇ ਸਾਥ ਏਕਤਾ ਹੋ ਜਾਂਦੀ। ਗਿਆਨ ਦੀ ਸਪਤ ਭੂਮਿਕਾ ਰੂਪ ਪੌੜੀਆਂ ਇਹ ਨੇ ਜੋ ਸੰਕਲਪ ਉੱਠਣਾ, ਸੋ ਸ਼ੁਭ ਉੱਠਣਾ, ਵਿਖਿਆਂ ਵਿੱਚ ਦੋਸ਼ ਹੋਣਾ, ਦਵੈਸ਼ ਹੋਣਾ, ਹਰੀ ਗੁਰ ਕਥਾ ਵਿੱਚ ਪ੍ਰੀਤੀ, ਹਰ ਗੁਰ ਗਿਆਨ ਕੀਰਤਨ ਸੇ ਪੁਲਕਾਵਲੀ। ਇਹ ਪਹਿਲੀ ਭੂਮਿਕਾ ਸੁਵਿਸ਼ਿਆ ਹੈ। ਇਕਾਂਤ ਵਿੱਚ ਬੈਠ ਕੇ ਵਿਚਾਰ ਕਰਨਾ ਕਿ ਮੈਂ ਕੌਣ ਖਾਂ, ਉਹ ਸੰਸਾਰ ਕੀ ਹੈ, ਮੈਂ ਕੀ ਖਾਂ। ਇਹ ਦੂਸਰੀ ਭੂਮਿਕਾ ਵਸਤੂ ਵਿਚਾਰ ਹੈ। ਜਗਤ ਦੀ ਔਲ ਤੇ ਮਨ ਨੂੰ ਰੋਕਣਾ, ਸ਼ੁੱਧ ਸੂਬ ਵਿੱਚ ਸਥਿਤ ਕਰਨਾ, ਇਹ ਤੀਸਰੀ ਤਨ ਮਾਨਸਾ ਹੈ। ਗਿਆਨ ਦਾ ਅਭੰਗ ਅਨੁਭਵ, ਉਦੇ ਹੋਣਾ ਸਰਬ ਜਗਤ ਆਤਮ ਰੂਪ ਹੀ। ਵਾਸ਼ਨਾ ਜੈਸੇ ਸਮੁੰਦਰ ਵਿੱਚ ਰਾਂਗੇ ਉੱਠਦੇ ਨੇ, ਸੋ ਸਮੁੰਦਰ ਰੂਪ ਹੀ ਨੇ। ਇਹ ਗਿਆਨ ਦੀ ਪ੍ਰਾਪਤੀ ਚੌਥੀ ਭੂਮਿਕਾ ਸਵਤਵਾ ਪਤ ਹੈ। ਤਨ ਅਭਿਮਾਨ ਦਾ ਛੁੱਟ ਜਾਣਾ, ਉਸ ਰੂਪ ਰੇੜ ਨਿਹਚੇ ਹੋਣਾ, ਪਾਸੇ ਔਰ ਆਪ ਸੇ ਉਥਾਨ ਹੋਣਾ, ਇਹ ਪੰਜਵੀਂ ਭੂਮਿਕਾ ਸੰਕਟ ਹੈ। ਮਨ ਬੁੱਧ ਤੋਂ ਲੈ ਕੇ ਜਾਵਤ ਜਗਤ ਦੇ ਪਦਾਰਥ ਨੇ, ਸਭ ਦਾ ਆਪ ਸੇ ਅਭਾਵ ਹੋਣਾ, ਪਾਸੇ ਉਥਾਨ ਸਖੋ ਪਤਵਤ। ਬਿਰਤੀ ਦਾ ਆਨੰਦਾਕਾਰ ਹੋਣਾ, ਇੱਕ ਖਸ਼ਟੋਂ ਭੂਮਿਕਾ ਪਦਾਰਥਾ ਭਾਵ ਨਹੀਂ ਹੈ। ਸਪਤਕ ਭੂਮਿਕਾ ਤੁਰੀਆ ਹੈ। ਜਿਹੇ ਫਿਰ ਦੂਸਰਾ ਭਾਨ ਨਹੀਂ ਹੈ, ਸੋ ਗੁਰੂ ਜੀ ਨੇ 21 ਕਿਹਾ ਹੈ ਕਿ ਇਨ ਸਪਤ ਭੂਮਿਕਾ ਪਰ ਚੜ ਕੇ ਸੱਚ ਖੰਡ ਵਿੱਚ ਪ੍ਰਾਪਤ ਹੋ ਕੇ ਫਿਰ 21 ਤੁਰੀਆ ਅਵਸਥਾ ਰਹਿੰਦੀ ਹੈ। ਇਸ ਤੁਰੀਆ ਨਾਮ ਤੁਰੀਆ ਕਿਉਂ ਹੈ? ਸਿੱਧਾ ਨੇ ਕਿਹਾ ਸਤਿਗੁਰਾਂ। ਪਾਤਸ਼ਾਹ ਕਹਿਣ ਲੱਗੇ ਗਿਆਨ ਪ੍ਰਾਪਤ ਸੇ ਚੌਥੀ ਭੂਮਿਕਾ ਹੈ, ਇਸ ਕਰਕੇ ਤੁਰੀਆ ਕਹਿੰਦੇ ਨੇ। ਤੋ ਤਿਸ ਪਰ ਕਿ ਸਪਤਮ तक ना पहुंचा और विच ही मृत्यु हो गया। दूसरी तीसरी भूमिका से जब क्या होता है, ऐसा जो पुरख तिसनों जोग भ्रिष्ट कहते हैं। सब साधन वो कर नहीं चुका। लक्ष्मीवान उत्तम कुल विच जोगियां दे घर विच उत्पन्न हो गए, फिर भजन दान करके अपने फल नूं पाउंदा, उसका कीता होया व्यर्थ नहीं जाता। सतगुरु पातशाह जी का पावन बचन है, प्रभ तिल नहीं भन्ने घाले, कि तिल की घालना कीती भी गुरु नानक के घर अजाई नहीं जाती, वो थां पैंदी है, उसकी दुर्गत कदाचित नहीं होती। और भी कहा कि बहुत जन्मां के अंत में ਗਿਆਨਵਾਨ ਹੋ ਕੇ ਅਕਾਲ ਪੁਰਖ ਨੂੰ ਪਾਉਂਦਾ ਹੈ, ਭਾਵ ਕੇ ਨਾਮ ਸਿਮਰਨ ਕਰਦਾ ਹੋਇਆ ਗਿਆਨ ਦੀ ਪੌੜੀਆਂ ਪਰ ਚੜ ਜਾਂਦਾ ਹੈ। ਇਸੇ ਨਾਮ ਦੇ ਪ੍ਰਤਾਪ ਤੇ ਕੋਈ ਵਿਘਨ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਨੂੰ ਸਿੱਧ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਾਮ ਦਾ ਮਹੱਤਵ ਕਿਹਾ। ਇੱਕ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਅਸੀਂ ਆਪ ਹੀ ਬ੍ਰਹਮ ਰੂਪ ਹਾਂ। ਜਗਤ ਵਿੱਚ ਕਹਿੰਦੇ ਨੇ ਕਿ ਅਸੀਂ ਬ੍ਰਹਮ ਹਾਂ, ਇਸ ਤਰ੍ਹਾਂ ਵੀ ਕਹਿੰਦੇ ਨੇ। ਨਾਮ ਕਿਸ ਦਾ ਜਪੀਏ? ਸਿੱਧ ਕਹਿਣ ਲੱਗੇ, ਸੁਣ ਗੱਲਾਂ ਇੱਥੇ। ਪਾਤਸ਼ਾਹ ਨੇ ਫਿਰ ਪਾਵਨੀ ਉਪਦੇਸ਼ ਬਖਸ਼ੇ, ਬਚਨ ਕਹਿਣ ਲੱਗੇ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। भूमिका के नाम से 2-4 ग्रंथों से उक्त युगत महात्म सुन के जैसे ब्रह्म ज्ञानी सदा निर्लेप, होता निर्लेप ने ब्रह्म ज्ञानी आप परमेश्वर। इतिहासिक चिदाकाश निवासी ब्रह्म ज्ञानियों की वारता नूं जो सुन लैंदे ने, कीट जो विषय जो पामर जीव होंदे ने जगत में, विषयां विकारां विच रचे पामर देह अभिमानी, वो भी रीस करके बह जाते हैं कि असी ज्ञानी हाँ। जैसे गरुड़ नूं आकाश विच उड़दा देख के कीट भी उड़ने की रीस करके पंख हिलावने लग जाते हैं, जो कीट होंदे जदों गरुड़ नूं देखदे ने आकाश विच निज मुख से अपने नूं असंग मनदे ने। ज्ञानी हंस के संग कीट अज्ञानी कैसे पहुंच सकता? पातशाह कहन लगे वो नहीं पहुंच सकता।
सुन गल्ला आकाश की कीटा आई रीस, नानक नदरी पाई है कूड़ी कूड़ै ठीस। पातशाह फरमाउंदे नानक नदरी पाई है कूड़ी कूड़ै ठीस। नाम ऐसा परमेश्वर दी किरपा दृष्टि नाल मिलता है, प्राप्त होंदा उसकी किरपा होवे। और झूठियां दी झूठी गप हुंदी है। यथार्थ ज्ञान की करनी बिना शास्त्र दीयां बातां क्या करनगियां, कुछ नहीं कर सकती। जो यथार्थ ज्ञान ही नहीं, आप उसते चलदा ही नहीं, धारनी ही नहीं। अकाल पुरख की कृपा दृष्टि से सब कुछ प्राप्त होंदा है, अपना कीता होया कुछ नहीं होंदा। इस वार्ता को विस्तार से प्रतिपादन करते हुए सतगुरु गुरु नानक देव महाराज जी पावनी उपदेश बख्शदे ने। आखण जोर चुपै नह जोर, जोर ना मंगण देण ना जोर, जोर ना जीवन मरण नह जोर, जोर ना राज माल मन सोर, जोर न सुरति ज्ञान विचार, जोर न जुगति छुटै संसारो। पातशाह गुरदेव जगत गुरु श्री गुरु नानक देव महाराज जी पावन उपदेश बख्शदे ने, भाई मनुख विच कोई जोर बल नहीं है कुछ कर सके। बोलण विच भी जोर नहीं, अपने आप ही बोल सके, चुप भी नहीं कर सकता। मंगण ते देण विच भी कोई बल नहीं। पातशाह फरमाउंदे ने अकाल पुरख परिपूर्ण परमात्मा की कृपा दृष्टि तो बिना इस जीव विच कुछ कहने का बल नहीं है, मत कोई दावे बने। जब रसना बंद हो जाती फिर बोल ही नहीं सकता, किवें बोलेगा। चुप रहने का भी बल नहीं कि अपने आप चुप कर जाए। जब खुशकी बाई का प्रवेश होंदा तो बकदा रहिंदा। मांगने का भी इस विच बल नहीं, जे चाहे कि मैं मंग के इस वस्तु नूं लै लवां। जिस तरह कुंभकर्ण ने बड़ा तप किया कि 6 महीने मैं जागा 1 दिन सोवां, ये मन विच धारिया सी, तप करन लग गया। जो सहन करने मंग ले, देने का बल भी जीव चाहता है देऊ, परंतु लोग कुटुंब के कहने से अपरावत होने से नहीं दे सकता। कैसा होया ब्रह्मा ने सरस्वती नूं हुक्म किया, जो मंगण लगे रसना ते बैठ के 6 महीने सोवां 1 दिन जागा, ये मंग हुई। क्योंकि अपना कोई बल नहीं चलता। पातशाह फरमाउंदे ने जोर ना मंगण देण ना जोर। अपरापत होने से दे नहीं सकता। जे कहे मैं जीवदा रखा, जोर ना जीवन मरण ना है जोर, इससे भी इस विच बल ही नहीं कि जी सके। जीवन का भी बल नहीं। रीशत राजे ने बड़ा जोर लाया, सीसियां का महल बना लिया जल वगदी विच, हजारां फौजां खलोतियां ने। भागवत का पाठ सरवण करना शुरू किया सुखदेव मुनि जी तो। जन भोग पिया पूजा दे फुल फिर भेंट कीते, उदों फड़ाए राजे नूं। राजे ने मत्थे नाल लाई तशक सपने तत्काल सांख चले। हुवंत आग्या भगवान पुरखै नानक कीटी सास अकरख दे। क्योंकि साधु का बचन ये पांडव ऋषि जो कल जो बुद्धि प्रेर दिती, जो सोने ते बैठण का वचन कर लिया परीक्षित राजे ने,
कि तू सोने ते बैठ सकता, पर पता नहीं कि मेरे मुकुट ते सोना है। फिर ਸਿੰਘੀ ਲਿਖੀ आया, ਜਦੋਂ सप मरिया गल विच पा दिता भांडव लिखी ने आउंदियां श्राप दे दिता। भांडव लिखी ने कहा ਵੱਡਾ राजा धर्मी सी, पर कलयुग ने उसनों प्रेरिया, उसका कोई दोष नहीं। फिर दसिया गया बड़े यतन किए, पर कोई यतन सफल ना होया, क्योंकि साधु का वचन अटल हुंदा। वो आग्या फिर अकाल पुरख दी रिश्त राजा, जोर ना जीवन अपने बल करके कोई जी नहीं सकता, मरण नहीं तो। वशिष्ठ जी जो विश्वामित्र राज लिखी कहते रहे, पहला एक पुत्र फिर दो पुत्र, सारे पुत्र मात ते 100 पुत्र। दिन शस्त्र नहीं पहने सन, स्नान करके सीधे दर्शना आए ब्रह्मरेखी। विश्वामित्र जी कहन लगे, सेठ जी तुसी पहला ही कह देंदे मैं 100 पुत्र ना मारदा। बड़ा मोह जागे, दरिया विच डुब के मर लगे, 100 धारा वग पिया, फिर फाही लगे, पर नहीं वो फाही भी टुट गई, क्योंकि कोई जोर बल नहीं अपने आप आप मर सकते। पहाड़ दियां कंधां विच जदों सीस मारन लगे, फिर आकाशबाणी होई, जो पुत्र गर्भ विच है उस तो वंश चलेगी। जो पातशाह फरमाउंदे ने, क्योंकि जीवन का जोर भी नहीं, मरण का जोर भी नहीं। जोर ना जीवन मरण नह जोर, सतरां दी घात की विख पाण की, परंतु मरे नहीं बच रहे। वशिष्ठ आदि नहीं आई, राज माल प्राप्ति करने विच भी बल नहीं, प्राप्त भी है, परंतु उस पर बल कुछ नहीं चलता, भाव क्षीण हो जाता। करता और ते हुंदा और तो कहीं रहा मन का जो संकल्प विकल्पां दा शोर रौला, इस पर भी मनुख दा बल नहीं हुंदा। जो मन विचों संकल्प ते विकल्प फुरदे ने, अपना उस विच भी बल नहीं के रोक सके, उस दाते दी किरपा तो बिना। पातशाह फरमाउंदे ने, जोर नाराज माल मन सोर, जो शोर करता है मन संकल्प ते विकल्प, मन ते भी कोई जोर नहीं, मन का शोर शराबा। सुरती वेद का पढ़ना, ज्ञान का विचार करना, इस विच भी बल नहीं मनुख का। जोर ना सुरती ज्ञान विचार, कोई बल नहीं। इसते मुक्त होने खट शास्त्रां विच अनेक जुगतियां ने, अनेक दृष्टांत ने, परंतु उन्होंने धारण करने विच भी अपना बल नहीं कि असीं धारण करते, ऐसा बल नहीं अपने। जोर ना जुगती छुटै संसार, कोई बल ही नहीं। जब करता पुरख की कृपा दृष्टि होवे, मेरे वाहे गुरु की मेहर हो जावे, तब धारण होंदे ने, बख्शिशां तब होंदियां ने। जिस हाथ जोर कर वेखै सोए, नानक उत्तम नीच ना कोय। पातशाह फरमाउंदे ने, जिस हाथ जोर कर वेखै सोए, नानक उत्तम नीच ना कोय। जिस अकाल पुरख के हथ विच बल है, वह मालिक दीन दुनिया का, सोई करके भाई देखदा है। गीता विच भी ये जिक्र आया है कि सब भूतां दे हिरदे विच भी ईश्वर बैठा होया। जो आपां देखदे हां भूत प्रेत आ, उन्हां दे हिरदे विच भी ईश्वर है। ये भगत नामदेव महाराज जो डोल पकड़ लिया, पांडिया ने भेज दिता उस खूह ते जिथे देव रहिंदा सी। फिर ये वचन ही आखे, प्रभु देव रूप भी तू ही है, कोई दूजा नहीं। तक भगवान प्रगट हो गए, क्योंकि मालिक सबना विच बैठा है। गीता विच भी ये जिक्र है कि ईश्वर परमात्मा सब भूतां दे हिरदे विच भी बैठा होया, सब नूं भरमावदा है। जैसे जंतर नूं जंतरी चलावदा,
तैसे जंतर चलता है। जंतर दे कुछ वस नहीं, सब जंतरी दे वस है। जिवें बाजा बजंतरी वजाउंदा है, बजदा है। ज्यों जंती के वस जंत, पातशाह फरमाउंदे ने। ये जानना चाहिए कि इस सृष्टि विच ना तो कोई अपने आप नीच है, ना उत्तम है, अपने आप नहीं। जैसा जिस नूं प्रभु ने पूर्व कर्मां दे अनुसार कीता, तैसा ही हो रहा। कर्मा करके कोई ऊंच है, कर्मा करके कोई नीच है, कर्मा करके कोई गरीब, कोई राजा, कोई मंगता दर दरदा, कर्मा करके ही है। दुख ते सुख कर्मां दे ने। स्वयं मनुख दे कीते अपने कर्म ने जो अगे आ गए। कोई जोर किसी का कोई बल नहीं, क्योंकि कर्म गति बड़ी बलवान ते बल वाली है। मनुख दे स्वयं कीते कर्मां दे जरिए परमात्मा दुख अथवा सुख दिंदा, जो मनुख नूं वो भुगतना पैंदा। पर गुरु नानक दे घर बड़ियां बख्शीशां ने, बड़ा दुख छोटा होकर निकल जाता है। वे सूली तो सूल बन के, पर लेख मिटदा नहीं अमेट। लेख ना मिटी हे सखी, जो लिखिया करता। पर गुरु नानक दे घर दियां बड़ियां बख्शीशां बरकतां ने। वो दाता वड्डा है, क्योंकि लिखण खार भी ओख है, मेटण वाला भी योग है। सतगुरु फरमाउंदे ने सोढ़ी सुल्तान गुरु रामदास महाराज जी, जरा बड़ा ताप सिरत साप, सब घर कै वस है। कोई लाग ना सकै बिन घर का लाया, उस दाते मेरे प्रभु तो बिना कोई लावन वाला ही नहीं। जो उस दाते की याद विच जुड़ गए, उस दाते नूं ही आराधे आ जिसने दुख ते सुख देने ने, जिसने बख्शिशां भी फिर उसने ही करनी। क्योंकि दुख देवन वाला भी हो, कट्टण वाला भी हो, वो दाता है, वो मालिक है दीन दुनिया का, सिरजनहार दातार है। फिर आप बख्शदा है, वो आद तो बख्शदा आया अज दा नहीं। जिवें कौडे राक्षस नूं बख्शिया, सज्जन ठग नूं बख्शिया, गोपालपुर दे कोड़ी नूं बख्शिया, आप चल के गया तरलोकी दा मालिक। वो दीन बंधु दीन दयाल है। सतगुरु पातशाह नूं सिद्ध कहन लगे, सच्चे पातशाह जी, जो कर्म कांड है, कर्म कांड प्रति पावन बचन उचारो। प्रकार कहो कर्म कांड। पातशाह फरमाउंदे ने, राती रुती थिति वार, पवन पानी अग्नि पाताल, तिस विच धरती थाप रखी धर्मसाल। पातशाह फरमाउंदे ने, जगत गुरु गुरु नानक देव महाराज जी, राती रुती थिति वार, पवन पानी अग्नि पाताल, तिस विच धरती थाप रखी धर्मसाल। हे सिद्धो, रातरा रुती बसंत ग्रीखम बसांत शरद हिम्मत सिसर, थिति 15 थित्तां ने 6 रुत्तां ने। पौन पानी अग्नि ताल आदि 14 लोक यावत पर्यंत, इस विच करता पुरख ने जो धरती है सो धर्मशाला स्थापन की। ये धरती धर्मशाला, इतना ऊपर समझना, धरतियां विच भी भारत भूमि मुख मनी गई है। जो भारत खंड ये भूमि रिखिया मुनिया गुरुआं पीरां की धरती है, जिस तो पूजन योग धरती कहा गया। इसी नूं कर्म भूमि भी कहते। इहां दा कीता होया कर्म जियो खंडां दीपां विच फिर भोगदा है, जो इस
ਬਿਰਤ ਲੋਕ ਧਰਤੀ ਤੇ ਕਰਮ ਕਰੇਗਾ, ਉਹ ਭੋਗਣਾ ਤਾਂ ਅਵਸ਼ ਪਵੇਗਾ। ਭਾਰਤ ਖੰਡ ਹੀ ਧਰਮਸ਼ਾਲਾ ਕਰਕੇ ਕਿਹਾ ਹੈ, ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਪਾਤਸ਼ਾਹ ਫਰਮਾਉਂਦੇ ਨੇ, ਤਿਸ ਧਰਮਸਾਲ ਭਾਰਤ ਭੂਮੀ ਦੇ ਵਿੱਚ ਅਨੇਕ ਭਾਂਤਾਂ ਦੇ ਜੀਵ ਨੇ, ਤਿਨਾਂ ਦੀ ਅਨੇਕ ਭਾਂਤ ਦੀ ਧਰਮ ਕਰਮ ਉਪਾਸਨਾ ਦੀ ਜੁਗਤੀ ਹੈ, ਤਿਨਾਂ ਦੇ ਅਨੇਕ ਭਾਂਤ ਦੇ ਗੋਰ ਸ਼ਿਆਮ ਆਦਿਕ ਰੰਗ ਨੇ, ਤਿਨਾਂ ਦੇ ਅਨੇਕ ਪ੍ਰਕਾਰ ਦੇ ਨਾਮ ਨੇ, ਅਨੇਕ ਹੀ ਜੀਵ ਨੇ। ਪਰ ਪਾਤਸ਼ਾਹ ਫਰਮਾਉਂਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਸਦਾ ਸੱਚਾ ਆਪ ਸੱਚਾ ਦਰਬਾਰ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੱਚਾ ਆਪ ਹੈ ਮੇਰਾ ਵਾਹਿਗੁਰੂ, ਸੱਚਾ ਹੀ ਉਸ ਦਾ ਦਰਬਾਰ ਦੀਵਾਨ ਹੈ। ਇਸ ਵਿੱਚ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਭਿੰਨ ਭਿੰਨ ਜੀਵਾਂ ਦਾ ਵਿਚਾਰ ਹੁੰਦਾ ਹੈ। ਇਹ ਸਤਿਗੁਰਾਂ ਦੇ ਪਾਵਨ ਬਚਨ ਨੇ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖੋਟਿਆਂ ਤੇ ਖਰਿਆਂ ਦੀ ਪਰਖ ਸਵੈਂ ਮੇਰਾ ਵਾਹਿਗੁਰੂ ਕਰਦਾ, ਕਰੇ ਖਜ਼ਾਨੇ ਪਾਈ ਹੈ ਖੋਟੇ ਸਟੀ ਹੈ ਬਾਹਰ। ਖਰਿਆਂ ਨੂੰ ਸੱਚਖੰਡ ਵਿੱਚ ਭੇਜਿਆ ਜਾਂਦਾ ਹੈ, ਵੈਕੁੰਠ ਵਿੱਚ ਵਾਸਾ, ਖੋਟੇ ਨਰਕਾਂ ਵਿੱਚ ਸੁੱਟੇ ਜਾਂਦੇ ਨੇ। ਕਿਉਂਕਿ ਖੋਟਿਆਂ ਤੇ ਖਰਿਆਂ ਦੀ ਪਰਖ ਹੁੰਦੀ ਹੈ, ਕਰਮਾਂ ਦੇ ਅਨੁਸਾਰ ਦਾਤਾ ਮੇਰਾ ਪ੍ਰਭੂ ਵਿਚਾਰ ਕਰਦਾ ਹੈ ਖੋਟਿਆਂ ਤੇ ਖਰਿਆਂ ਦਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਇਹਨਾਂ ਦਾ ਵਿਚਾਰ ਕਿ ਚੰਗੇ ਤੇ ਮਾੜੇ ਤੂੰ ਕੀ ਕੰਮ ਕੀਤੇ ਨੇ, ਧਰਮਰਾਜ ਦੇ ਹਜ਼ੂਰ ਵਾਚੇ ਜਾਂਦੇ ਨੇ। ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ। ਜੋ ਰਮਾਣੀਕ ਸੰਤ ਰੱਬ ਦੇ ਜਨ ਨੇ, ਜੋ ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਜਿਨ੍ਹਾਂ ਦੀ ਵੱਡੀ ਵਡਿਆਈ ਸੋਭਾ ਰੱਬ ਦੇ ਜਨਾਂ ਸੰਤਾਂ ਦੀ, ਜਿਨ੍ਹਾਂ ਦੇ ਮੱਥੇ ਪਰ ਨਦਰੀ ਵਾਹਿਗੁਰੂ ਦੀ ਕਿਰਪਾ ਰੂਪ ਲੇਖ ਪੜਿਆ ਹੈ। ਕਿਰਪਾ ਦਾ ਲੇਖ ਐਸੇ ਸੰਤ ਜੋ ਰੱਬ ਦੇ ਜਨ ਆਪ ਜਪਦੇ ਤੇ ਜਪਾਉਂਦੇ ਨੇ, ਜਿਵੇਂ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨਾਮ ਦੇ ਦਸੀ ਬ੍ਰਹਮ ਗਿਆਨੀ। ਆਪ ਜਪਿਆ ਜਪਾਇਆ, ਆਪ ਪ੍ਰਤੱਖ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਿਆ, ਪ੍ਰਗਟ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਔਰ ਉਪਦੇਸ਼ ਬਖਸ਼ਿਆ ਕਿ ਸਤਿਗੁਰੂ ਹਾਜ਼ਰਾ ਹਜ਼ੂਰ ਨੇ, ਪ੍ਰਗਟ ਨੇ, ਜੋ ਅੱਜ ਵੀ ਸਤਿਗੁਰਾਂ ਨੂੰ ਪ੍ਰਗਟ ਪੂਜਿਆ ਜਾਂਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਰੱਬ ਦੇ ਜਨ ਸੰਤ ਮਹਾਤਮਾ, ਜਿਨ੍ਹਾਂ ਦੇ ਮੱਥੇ ਪਰ ਨਦਰੀ ਵਾਹਿਗੁਰੂ ਦੀ ਕਿਰਪਾ ਰੂਪ ਲੇਖ ਪਿਆ ਹੈ, ਕਿਉਂਕਿ ਧੁਰੋਂ ਆਏ ਨੇ ਇਹ ਦਰਗਾਹੀ ਮਹਾਂਪੁਰਸ਼। ਸੋ ਤਿਸ ਦਰਬਾਰ ਵਿੱਚ ਬੈਠੇ ਸੋਭਾ ਪਾਉਂਦੇ ਨੇ, ਕਿਉਂਕਿ ਪ੍ਰਭੂ ਦੇ ਜਨ ਨੇ। ਸਤਿਗੁਰੂ ਫਰਮਾਉਂਦੇ ਨੇ, ਖਾਰ ਖਾਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਛ ਨਾਹੀ। ਹਰੀ ਤੇ ਹਰੀ ਦਾ ਜਨ ਇੱਕ ਨੇ, ਦੋ ਨੇ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਆਪ ਆਇਆ ਸਾਧੂ ਦੇ ਰੂਪ ਵਿੱਚ, ਤਰਲੋਕੀ ਦਾ ਮਾਲਕ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ। ਆਪ ਭੇਜੇ ਨੇ ਰੱਬ ਦੇ ਜਨ, ਔਰ ਬਚਨ ਕਿ ਤੁਹਾਡੇ ਅੰਗ ਸੰਗ ਗਾਂ ਸੰਤ ਕੈ ਸੰਗ ਬਸੈ ਦਿਨ ਰਾਤ। ਦਿਨ ਤੇ ਰਾਤ ਵਸਦਾ ਹੈ ਮੇਰਾ ਵਾਹਿਗੁਰੂ। ਕਾਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਇਸ ਲੋਕ ਵਿੱਚ ਜੀਵ ਬਾਹਰ ਦਾ ਪਖੰਡ ਜੈਸਾ ਚਾਹੇ ਤੈਸਾ ਬਣਾ ਲਵੇਗਾ, ਬਣਾ ਵੀ ਲੈਂਦੇ ਨੇ।
बड़ा पखंड करके जगत नूं रमामदे ने। पातशाह दे फिर पावन वचन भी ने, भेख दिखाई जगत को लोगन को बस कीन, अंत काल काती कटियो वास नरक मोदी। घोर नरक विच वासा टुकड़े टुकड़े हुंदे ने जो भेखी ने, पखंडी ने। कच्चा धर्म दिखाले मात्र, पक्का दृढ़ धर्म शुभ अशुभ कर्मां दी उस सच्चे दरबार विच रीति पाई जानी जाती है। नानक गया जापै जाए, उत्थे दरगाह विच सच्चा ते झूठा जानिया जाता है। उत्थे सच्चे ही सच निबड़ै, चुन वख कढ़े जजमालिया। सच्चे परमेश्वर की दरगाह विच सच्चो सच दे निबड़े हुंदे ने, कोई वड्डी दलाली नहीं चलती। धर्म खंड का एहो धर्म, पातशाह फरमाउंदे ने, कर्म कांड का एहो प्रकार है जैसे पूर्व में सतगुरां ने कथन किया है। पातशाह फरमाउंदे ने, धर्म खंड का यह धर्म है, कहिए कर्म कांड का इसी रीति का धर्म, जैसा कर्म करे वैसा फल भुगा देना। ज्ञान खंड की रीति कहो, सिद्ध कहन लगे गुरु नानक देव महाराज जी। ज्ञान खंड का आखो कर्म, ये सिद्धो अगे ज्ञान कांड का कर्म प्रकार कहते हैं जिन्होंने स्वरूप का बोध हो गया। अकाल पुरख नूं सर्व विच पूर्ण जानिया कि मेरा वाहिगुरु सर्व व्यापक है, घट घट दे विच बैठा। रूह दर कर जिसम गुर गोबिंद सिंह, नूर दर कर चश्म गुर गोबिंद। भाई नंद लाल जी फरमाउंदे कि मेरे सतगुरु तो बिना कोई दूजा है ही नहीं। सब गोबिंद है, सब गोबिंद है, गोबिंद बिन नहीं कोई। मेरे सतगुरु तो बिना कोई दूजा नहीं। करता पुरख की बेअंत शक्ति देखते हैं ते इन्हां दी ऐसी दृष्टि हो जाती है, वो सबना विच पूर्ण देखते हैं। जिवें भाई कन्हैया जी ने देखिया तकिया, तुरकां विच भी सतगुरु दे दीदार, कोई दूजा पासिया ही नहीं। आवाज गुरुदेव की सबना नूं जल छकाया, क्योंकि ब्रह्म ज्ञानी की ऐसी दृष्टि। सतगुरु फरमाउंदे ने, ब्रह्म दीसै ब्रह्म सुणीऐ, एक एक वखाणी है, आत्म पसारा करण हारा, प्रभ बिना नहीं जाने। वो प्रभु तो बिना नहीं जाने कि मेरा मालिक सबना विच बैठा है, कोई दूजा पासिया ही नहीं। ना को वैरी नहीं बगाना, सगल संग हम को बन आई। ऐसी बनी आई, ये कितों बख्शिशां मिलदियां ने। बिसर गई सब तात पराई, जब ते साध संगत मोहे पाई। ना को वैरी नहीं बगाना, सगल संग हम को बन आई। केते पवन पानी वह संतर, केते कौन मेस। केते बर में काढ़त घड़िया, रूप रंग के वेश। केतिया कर्म भूमि मेर, केते केते तू उपदेश। केते इंद चंद सूर, केते केते मंडल देश। केते सिद्ध बुद्धनाथ, केते केते देवी वेश। केते देव दानव मुन, केते केते रतन समुंद। केतिया खाणी केतिया वाणी, केते पात नरेंद। केतिया सुरती सेवक, केते नानक अंत ना अंत। पातशाह जगत गुरु गुरु नानक देव महाराज जी पावन उपदेश बख्शदे ने। कितने ही पौण ने पानी अग्नि, कितने ही कृष्ण अवतार ने एक दो ने। कितने ही रुद्र ने, कितने ही ब्रह्मा संसार की घाट कड़ रखे। कितने ही तिन्हां दे रूप चतुर्मुख अष्टमुख आदि। कितने ही तिन्हां दे श्वेत श्याम रंग ने। कितने ही वस्त्रादिक भेख ने। ब्रह्मंडा के भेद करके कितनियां ही भारत भूमियां ने एक भूमि।
कितने ही समेर पर्वत, कितने ही रूम भगत ने, कितने ही तिन्हां दे उपदेष्टा नारद ऋषि मुनि ने, इंद्र भी कितने ने, चंद्रमा भी कितने, सूरज भी कहते ने, और मंडल भी कहते ने। मंडलांतर देश कितने ने, सिद्ध मंडत बुद्धवान और नाथ भी बोलते हैं। कितने ही देवियां दे स्वरूप ने, कितने देवता ने ही दानव ने, कितने मुनि रत्ना वाले ने समुद्र ने ही रतन, कितने ही समुद्र, कितने ही अंड जेरज में चार खानियां मनिया गई ने। पातशाह कहते ने ये भी बहुत ने, कितने अंड जेरज उत्बज से, पर ये भी बहुत ने। नी परा पसांती मधमा बैकरी जो चार बाणी ये भी बहुत ने। कितने ही पातशाह ने, कितने ही राजे ने, कितनियां सुरतियां ने, तीन वेद ने, सेवन करने हारे भी बड़े ने। इस पौड़ी में सब असंख्य ही कहे ने सतगुरां ने कि अणगिणत नहीं, किन्हां दी कोई गिणती ही नहीं। केते पावन पानी वै संतर, केते कान महेश, कि अणगिणत नहीं। ब्रह्म रूप आकाश विच असंख्य ब्रह्मांड प्रमाण रूप, ब्रह्म समुद्र से असंख्य ब्रह्मांड लहरा ने। ऐसे अनंतता फरमाउंदे ने पातशाह। गुरु नानक देव महाराज जी सिद्धां नूं कहण लगे, सिद्धो ना तो उसकी रचना का अंत है, उस दाते दी, ना कोई परमेश्वर का अंत जान सकता है। भाव विद्वान की दृष्टि में अनर बचनी सृष्टि है। जो विद्वान है अनर बचनी सृष्टि। ज्ञान खंड में ज्ञान प्रचंड, पातशाह फरमाउंदे ने जो ज्ञान खंड दे विच जो ज्ञान कथन किया तो तेज वाला प्रचंड है। अज्ञान के नाश वास्ते कर्म उपासना की सहायता नहीं चाहता। फिर सिद्ध कहन लगे गुरु नानक देव महाराज जी नूं, सतगुरु तिन ज्ञानियों नूं आनंद कैसा मिलता है, ये दसना करो। पातशाह फरमाउंदे ने तिथै नाद बनोद कोड आनंद। पातशाह कहन लगे सिद्धो शब्द नाद दा आनंद है। तिन्हां नूं नाद दे आनंद से और विषयां दे बिलास से कोट गुण आनंद सर्वदा बनिया रहिंदा है। करोड़ां गुणा आनंद बनिया रहिंदा है। शब्द पंच प्रकार दा हुंदा है। तत् शब्द तारका है, सरंगी सतार आदि, बिरत शब्द चरमका, जोड़ी ढोल आदि, घन शब्द शैणी कैंसी आदि, नाद शब्द घट आदि पात्रां दा है। सुख शब्द जो सवासां बांसुरी बना के बजते, ये पंज प्रकार के शब्द होंदे ने। इन शब्दां नूं सुन के जोगियन आनंद रहिंदे ने। ज्ञानियां नूं तिन्हां से करोड़ां गुण आदिक आनंद निर्विघन एक रस बनिया रहिंदा है। करोड़ां गुण आनंद ज्ञान बनना निर्विघन ही वो रस बनिया रहिंदा है। करोड़ां गुण। सिद्ध कहन लगे पातशाह उपासना कांड की रीति बयान करो। पातशाह फरमाउंदे ने सरम खंड की बाणी जो रूप, तिथै काड़त घड़ी है बहुत अनूप। सरम खंड की बाणी रूप, तिथै काड़त घड़ी है बहुत अनूप। पातशाह फरमाउण लगे गुरु नानक देव महाराज जी सिद्ध बैठे ने जो सवाल कर रहे ने गुरुदेव नूं। पातशाह दे नेत्र मुंदे हुए ने। फिर वचन कीता सिद्धो जो शर्म नाम लज्जिया दा है कि खोटे कर्म करन विच लोकां दी कुल दी राजा दी गुरु दी बेअदबी धर्म राय दी लज्जा करनी कि खोटे कर्म माड़े कम मैं नहीं करने। मेरे गुरु नूं लज्जा, सनबंधियां नूं लज्जा, कुल नूं लाज और गुरु की बेअदबी धर्म राय लज्जिया करनी। इन सब की शर्म विच कुकर्म ना करने, माड़े कर्म नहीं करने। शुभ कर्मां विच प्रवृत्ति आ गई। जिन्हां ने शर्म की खोटे कर्मां तो सरम खंड की बाणी रूप। फिर पातशाह फरमाउंदे ने
ਤਿਨ ਸ਼ੁਭ ਦੀ ਬਾਣੀ, ਸ਼ੁਭ ਕਰਮ ਕਰਨ ਵਾਲਿਆਂ ਦੀ ਬਾਣੀ ਵਿੱਚ ਕੀ ਪਾਤਸ਼ਾਹ ਫਰਮਾਉਂਦੇ ਨੇ, ਬਾਣੀ ਰੂਹ ਸ਼ੁਭ ਕਰਮ ਕਰਨ ਵਾਲਿਆਂ ਵਿੱਚ ਜੋ ਲੱਜਿਆ ਕਰਨ ਵਾਲੇ ਉਪਾਸਨਾ ਕਾਂਡ ਵਿੱਚ ਉਹ ਪੁਰਸ਼ ਨੇ, ਤਿਨਾਂ ਦੀ ਬਾਣੀ ਸੁੰਦਰ ਸੁਭਾਉ ਤੇ ਸੱਚੀ ਮਧੁਰ, ਭਾਵ ਕਿ ਅਸ਼ੁਭ ਬਾਣੀ ਉਹ ਨਹੀਂ ਬੋਲਦੇ, ਅਸ਼ੁਭ ਬਚਨ ਉਹ ਨਹੀਂ ਬੋਲਦੇ। ਤਾਂ ਉਪਾਸਕਾਂ ਦੇ ਵਿੱਚ ਜਗਿਆਸੂਆਂ ਦੀ ਅੰਤਸ਼ਕਰਣ ਦੀ ਬਹੁਤ ਅਨੂਪਮ ਘਾਟ ਘੜੀ ਜਾਂਦੀ ਹੈ। ਅੰਤਸ਼ਕਰਣ ਸ਼ੁੱਧ ਹੋ ਜਾਂਦਾ, ਉਹਨਾਂ ਦੀ ਮਧੁਰ ਤੇ ਸ਼ੁੱਧ ਬਾਣੀ ਹੁੰਦੀ ਹੈ, ਸੁੰਦਰ ਬਾਣੀ, ਉਹਨਾਂ ਦੀ ਬਾਣੀ ਵਿੱਚ ਵੀ ਬਲ ਹੁੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਗੇ, ਜੇ ਕੋ ਕਹੈ ਪਿਛੈ ਪਛਤਾਏ। ਜੋ ਸਰਬਖੰਡ ਵਾਸੀਆਂ ਦੀਆਂ ਗੱਲਾਂ ਬਾਤਾਂ ਕੋਈ ਕਹਿ ਨਹੀਂ ਸਕਦਾ, ਪਾਤਸ਼ਾਹ ਵੀ ਫਰਮਾਉਂਦੇ ਨੇ, ਕਿਉਂਕਿ ਉਹਨਾਂ ਨੇ ਮਾੜੇ ਕਰਮਾਂ ਤੋਂ, ਖੋਟਿਆਂ ਤੋਂ ਲੱਜਾ ਕੀਤੀ, ਸ਼ਰਮ ਕੀਤੀ। ਸ਼ੁਭ ਕਰਮਾਂ ਵਿੱਚ ਪ੍ਰਵਿਰਤੀ ਹੈ, ਉਸ ਦਾਤੇ ਦੀ ਉਹਨਾਂ ਤੇ ਵੱਡੀ ਬਖਸ਼ਿਸ਼ ਰਹਿਮਤ, ਜੋ ਪਾਤਸ਼ਾਹ ਫਰਮਾਉਂਦੇ ਨੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਗੇ। ਤੇ ਸ਼ਰਮਖੰਡ ਵਾਸੀਆਂ ਦੀਆਂ ਆਵਾਜ਼ਾਂ ਤੇ ਇਹਨਾਂ ਦੇ ਬਚਨਾਂ ਦੀ ਮਹਿਮਾ ਕੁਝ ਵਰਣਨ ਨਹੀਂ ਕੀਤੀ ਜਾ ਸਕਦੀ। ਜੋ ਕੋਈ ਕਹਿਣੇ ਦਾ ਉਦਮ ਕਰੇਗਾ ਕਿ ਮੈਂ ਕਹਿ ਦੇਵਾਂਗਾ ਉਹਨਾਂ ਦੀ ਮਹਿਮਾ ਨੂੰ, ਸੋ ਪਿੱਛੇ ਪਛਤਾਉਂਦਾ ਹੈ। ਜੇ ਕੋ ਕਹੈ ਪਿਛੈ ਪਛਤਾਏ, ਕਿ ਉਹ ਸਮਗਰ ਮਹਿਮਾ ਕਹਿਣੇ ਵਿੱਚ ਸਮਰੱਥ ਨਹੀਂ ਹੋ ਸਕਦਾ। ਅਗਾਧ ਬੋਧ ਉਹਨਾਂ ਦੀ ਮਹਿਮਾ ਹੈ। ਤਿਥੈ ਘੜੀਐ ਸੁਰਤ ਮਤ ਮਨ ਬੋਧੋ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਤਾਂ ਚਿੱਤ ਦੀ ਬਿਰਤੀ, ਮਸਤੀ, ਹੰਕਾਰ, ਮਨ ਬੁੱਧ, ਅਤੁਸ਼ਟੀ, ਅੰਤਸ਼ਕਰਣ ਘੜ ਕਰਕੇ ਸ਼ੁੱਧ ਕੀਤੇ ਜਾਂਦੇ ਨੇ, ਨਿਰਵਿਕਾਰ ਹੋ ਜਾਂਦੇ ਨੇ, ਤਾਂ ਸੁਧ ਸਿੱਧਾਂ ਦੀ ਘਾੜਤ ਕਰਕੇ ਘੜੀ ਜਾਂਦੀ ਹੈ। ਭਾਵ ਕਿ ਸੁਧ ਵੱਡੇ ਦਰਜੇ ਦਾ ਹੈ, ਕਿ ਪਰੰਤੂ ਈਰਖਾਲੂ ਹੈ। ਸਰਮਖੰਡ ਵਾਲੇ ਈਰਖਾ ਤੇ ਰਹਿਤ ਹੋ ਜਾਂਦੇ ਨੇ, ਉਹ ਈਰਖਾ ਨਹੀਂ ਰੱਖਦੇ। ਇਹੀ ਸੁਧਤਾ ਦੀ ਘਾਟ ਘੜੀ ਜਾਂਦੀ ਹੈ। ਸਿੱਧੀਆਂ ਨੂੰ ਪ੍ਰਾਪਤ ਕਰਕੇ ਬੜੇ ਬੜੇ ਸਾਧ ਕੇ ਅਭਿਆਸ ਕਰਕੇ ਅਭਿਮਾਨੀ ਹੋਏ ਨੇ। ਸੋ ਸਰਬਖੰਡ ਵਾਲੇ ਪਰਮੇਸ਼ਰ ਦੀ ਨਿਸ਼ਕਾਮ ਭਗਤੀ ਦੀ ਉਪਾਸਨਾ ਕਰਨ ਵਾਲੇ ਸਿੱਧੀਆਂ ਨੂੰ ਪਰਮ ਤੁੱਛ ਜਾਣਦੇ ਨੇ। ਇਹ ਸਿੱਧੀਆਂ ਤਾਂ ਤੁੱਛ ਦੇ ਵਿੱਚ ਜਾਣਦੇ ਨੇ ਜੋ ਸਰਬਖੰਡ ਦੇ ਵਾਸੀ ਨੇ। ਇਹ ਸਿੱਧ ਸੁਧਤਾ ਦੀ ਘਾਟ ਘੜੀ ਜਾਂਦੀ ਹੈ। ਐਸਾ ਜੋ ਸ਼ਰਮਖੰਡ ਵਾਲਾ ਹੈ, ਜੋ ਸ਼ਰਮਖੰਡ ਵਾਲਾ, ਪਾਤਸ਼ਾਹ ਫਰਮਾਉਂਦੇ ਨੇ, ਐਸਾ ਜੋ ਸਰਮਖੰਡ ਵਾਲਾ, ਜਿਸ ਦੀ ਸਭ ਘਾਟ ਸ਼ੁੱਧ ਘੜੀ ਗਈ, ਸੋ ਕਰਮ ਖੰਡ ਨੂੰ ਪਹੁੰਚ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ, ਉਹ ਫਿਰ ਕਰਮ ਖੰਡ ਨੂੰ ਪਹੁੰਚਦਾ ਹੈ, ਕਿਉਂਕਿ ਪੌੜੀਆਂ ਨੇ, ਇਹ ਅਵਸਥਾਵਾਂ ਨੇ, ਇਹ ਸਭ ਉਹ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਐਸੀਆਂ ਬਖਸ਼ਿਸ਼ਾਂ ਉਸ ਪਰ ਕਰਤਾ ਪੁਰਖ ਮੇਰਾ ਵਾਹਿਗੁਰੂ ਕਰਦਾ ਹੈ। ਤਿੱਤੈ ਘੜੀਐ ਸੁਰਤ ਮਤ ਮਨ ਬੁੱਧ, ਇੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਸਤਿਗੁਰੂ ਦੀ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਸ਼ੁਭ ਨਿਰਮਲ ਸਵੱਛ ਕਰਮ ਕਰੀਏ ਜੋ ਸਤਿਗੁਰਾਂ ਦੇ ਪਾਵਨ ਬਚਨ ਨੇ। ਸਤਿਗੁਰੂ ਦੀ ਉਪਦੇਸ਼ ਤੇ ਚੱਲੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁੱਤ ਪਾਰ ਬ੍ਰਹਮ ਅਵਨਾਸੀ ਅਵਨਾ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ,